ਕਿਸੇ ਵੇਲੇ ਹਿੰਦੁਸਤਾਨ ਖੈਬਰੀ ਪਰਬਤਾਂ ਤੋਂ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ ਸੀ ਤੇ ਸੋਨੇ ਦੀ ਚਿੜੀਆ ਖਵਾਉਂਦਾ ਸੀ। ਪਾਣੀ ਦੀ ਵਗਦੀ ਧਾਰਾ ਨੇ ਖੈਬਰੀ ਪਰਬਤ ਨੂੰ ਖੋਰ-ਖੋਰ ਕੇ ਰਾਹ ਬਣਾ ਦਿੱਤਾ, ਜਿਸ ਨੂੰ ਦਰਾ ਖੈਬਰ ਕਿਹਾ ਜਾਂਦਾ ਹੈ। ਦਰਾ ਖੈਬਰ ਰਾਹੀਂ ਧਾੜਵੀ ਲੋਕ ਹਿੰਦੁਸਤਾਨ ਵੱਲ ਲਲਚਾਈਆਂ ਅੱਖਾਂ ਨਾਲ ਦੇਖਣ ਲੱਗੇ ਤੇ ਹਿੰਦੁਸਤਾਨ ਦੀ ਲੁੱਟ ਦਾ ਇਤਿਹਾਸ ਆਰੰਭਿਆ ਗਿਆ। ਇਸੇ ਦਰੇ ਖੈਬਰ ਰਾਹੀਂ ਸਿਕੰਦਰ, ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ ਤੇ ਬਾਬਰ ਹਮਲਾਵਰ ਆਏ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਹਮਲਿਆਂ ਦੇ ਵਿਰੁੱਧ ਹਿੰਦੁਸਤਾਨ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਮਹਾ ਅਭਿਆਨ ਵਿੱਚ ਬਲੀਦਾਨ ਦੇਣ ਤੱਕ ਆਪਣਾ ਯੋਗਦਾਨ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਰਣ ਭੂਮੀ ਵਿੱਚ ਠੱਲਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਇਸ ਸਿਲਸਿਲੇ ਵਿੱਚ ਸਰਬੰਸ ਵਾਰ ਦਿੱਤਾ। ਖਾਲਸੇ ਨੇ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਤੇ ਸ਼ਾਹ ਜ਼ਮਾਨ ਦੇ ਹੱਲਿਆਂ ਨੂੰ ਰੋਕ ਕੇ ਮਹਾਬਲੀ ਰਣਜੀਤ ਸਿੰਘ ਦੀ ਦੂਰ ਅੰਦੇਸ਼ ਅਗਵਾਈ, ਜਰਨੈਲ ਮੋਹਕਮ ਚੰਦ ਤੇ ਹਰੀ ਸਿੰਘ ਨਲੂਏ ਜਿਹੇ ਸਮਰੱਥ ਜਰਨੈਲਾਂ ਸਦਕਾ ਦਰਾ ਖੈਬਰ ਦਾ ਪੱਕੇ ਤੌਰ ਤੇ ਮੂੰਹ ਬੰਦ ਕਰ ਦਿੱਤਾ। 800 ਸਾਲ ਤੋਂ ਇਸ ਦਰੇ ਰਾਹੀਂ ਹਿੰਦੁਸਤਾਨ ਤੇ ਹਮਲਾਵਰ ਹੋ ਰਹੇ ਧਾੜਵੀਆਂ ਦੇ ਨੱਕ ਵਿੱਚ ਨਕੇਲ ਪਾ ਦਿੱਤੀ ਤੇ ਮੁੜ ਇਸ ਨਾਮੁਰਾਦ ਦਰੇ ਵੱਲ ਕਿਸੇ ਹਮਲਾਵਰ ਦੀ ਹਿੰਦੁਸਤਾਨ ਵੱਲ ਮੂੰਹ ਕਰਨ ਦੀ ਹਿੰਮਤ ਨਾ ਪਈ। ਇਸੇ ਲਈ ਸ਼ਾਹ ਮੁਹੰਮਦ ਨੇ ਲੋਕ ਸਾਹਿਤ ਤੇ ਅਖਾਣ ਦੀ ਤਰ੍ਹਾਂ ਪੰਜਾਬੀ ਜ਼ੁਬਾਨ ਤੇ ਚੜੇ ਆਪਣੇ ਜੰਗਨਾਮੇ ਵਿੱਚ ਲਿਖਿਆ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਭਾਏ ਗਿਆ। ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਣ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਸਿੱਖ ਇਤਿਹਾਸ ਦੇ ਜਾਣਕਾਰ ਰਿਟਾਇਰਡ ਪ੍ਰੋਫੈਸਰ ਹਰਪਾਲ ਸਿੰਘ ਅਨੁਸਾਰ, ਹਿੰਦੁਸਤਾਨ ਦੀਆਂ ਭੂਗੋਲਿਕ ਹੱਦਾਂ ਉਹਨਾਂ ਨੂੰ ਵਧਾਉਣ ਤੇ ਉਹਨਾਂ ਨੂੰ ਨਿਸ਼ਚਿਤ ਕਰਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਵੇਲੇ ਅਬਦਾਲੀ ਆਇਆ ਤੇ ਉਸਨੇ 1750 ਦੇ ਵਿੱਚ ਕਸ਼ਮੀਰ ਨੂੰ ਜਿੱਤ ਕੇ ਅਫਗਾਨਿਸਤਾਨ ਦਾ ਹਿੱਸਾ ਬਣਾ ਲਿਆ ਸੀ, ਅਫਗਾਨ ਅੰਪਾਇਰ ਦਾ, ਤੇ 70 ਸਾਲ ਤੱਕ ਕਸ਼ਮੀਰ ਅਫਗਾਨਾਂ ਦੇ ਕੋਲ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ 1819 ਦੇ ਵਿੱਚ ਆਪਣੇ ਰਾਜ ਵਿੱਚ ਮਿਲਾ ਲਿਆ ਤੇ ਉਹ ਕਸ਼ਮੀਰ ਹੈ ਜੋ ਅੱਜ ਇਸੇ ਬਦੌਲਤ ਹਿੰਦੁਸਤਾਨ ਦਾ ਹਿੱਸਾ ਹੈ। ਇਸੇ ਤਰੀਕੇ ਨਾਲ ਪੁਰਾਣੀ ਜੋ ਸਿੰਧ ਹੈ, ਸਿੰਧ ਨੂੰ ਇੱਕ ਤਰੀਕੇ ਨਾਲ ਹਿੰਦੁਸਤਾਨ ਦਾ ਇੱਕ ਬਾਰਡਰ ਮੰਨਿਆ ਜਾਂਦਾ ਸੀਗਾ ਤੇ ਸਿੰਧ ਤੋਂ ਪਾਰ ਦੇ ਜਿਹੜੇ ਇਲਾਕੇ ਨੇ, ਜਿਨ੍ਹਾਂ ਵਿੱਚ ਪਸ਼ਾਵਰ, ਬੰਨੂ, ਕੁਹਾਟ, ਡੇਰਾ ਇਸਮਾਈਲ ਖਾਂ, ਡੇਰਾ ਗਾਜ਼ੀ ਖਾਂ, ਇਹ ਸਾਰੇ ਜਿਹੜੇ ਇਲਾਕੇ ਨੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਉਸ ਹੌਸਲੇ ਦੀ ਦੇਣ ਨੇ ਕਿ ਉਹਨਾਂ ਨੇ ਪਹਿਲੀ ਵਾਰੀ ਸਿੰਧ ਦਰਿਆ ਨੂੰ ਅਟਕ ਦੇ ਕੋਲੋਂ ਪਾਰ ਕਰਕੇ ਖੈਬਰ ਕੋਲ ਜਾਣ ਦਾ ਰਾਹ ਬਣਾਇਆ ਤੇ ਇਹ ਸਾਰੇ ਇਲਾਕੇ ਆਪਣੇ ਰਾਜ ਵਿੱਚ ਮਿਲਾਏ। ਇਹ ਸਾਰੇ ਇਲਾਕੇ ਮੁਕੰਮਲ ਹਿੰਦੁਸਤਾਨ ਉਸ ਦਾ ਹਿੱਸਾ ਬਣੇ, ਨਹੀਂ ਤਾਂ ਇਹ ਅਫਗਾਨਿਸਤਾਨ ਦਾ ਹਿੱਸਾ ਸੀ। ਜਿਸ ਤਰ੍ਹਾਂ ਰਣਜੀਤ ਸਿੰਘ ਨੇ ਪੰਜਾਬ ਦੀ ਖਿੰਡੀ ਪੁੰਡੀ ਤਾਕਤ ਨੂੰ ਇਕੱਠਾ ਕਰਕੇ ਦਰੇ ਖੈਬਰ ਦਾ ਮੂੰਹ ਮੋੜਿਆ, ਇਸੇ ਤਰ੍ਹਾਂ ਕਹਿੰਦੇ ਨੇ ਕਿ ਉਹ ਹਿੰਦੁਸਤਾਨ ਦੀ ਖਿਲਰੀ ਤਾਕਤ ਨੂੰ ਯਕਮੁਸ਼ਤ ਕਰਕੇ ਦਰੇ ਖੈਬਰ ਦੀ ਬਜਾਏ ਹੇਠਲੇ ਪਾਸਿਓਂ ਚੋਰੀ-ਚੋਰੀ ਹਿੰਦੁਸਤਾਨ ਵਿੱਚ ਦਾਖਲ ਹੋਏ ਬਰਤਾਨਵੀ ਸਾਮਰਾਜ ਦੇ ਵੱਧਦੇ ਤੇਜ਼ ਤੇ ਜ਼ੋਰ ਨੂੰ ਠੱਲਣ ਬਾਬਤ ਬੜੀ ਗੰਭੀਰਤਾ ਨਾਲ ਸੋਚ ਰਿਹਾ ਸੀ। ਉਹਨੇ ਇਸ ਮਕਸਦ ਨੂੰ ਮੁੱਖ ਰੱਖ ਕੇ ਹਿੰਦੁਸਤਾਨ ਦੀਆਂ ਦੇਸੀ ਰਿਆਸਤਾਂ ਨਾਲ ਤਾਲਮੇਲ ਤੇ ਸਲਾਹ ਮਸ਼ਵਰੇ ਦਾ ਸਿਲਸਿਲਾ ਸ਼ੁਰੂ ਕੀਤਾ, ਪਰ ਕਿਸੇ ਵੀ ਰਿਆਸਤ ਦੇ ਮੁਖੀ ਨੇ ਹਾਂ ਪੱਖੀ ਹੁੰਗਾਰਾ ਨਾ ਦਿੱਤਾ, ਜਿਸ ਕਰਕੇ ਰਣਜੀਤ ਸਿੰਘ ਨੂੰ ਨਾ ਚਾਹੁੰਦੇ ਹੋਏ ਵੀ ਭਰੇ ਮਨ ਨਾਲ ਅੰਗਰੇਜ਼ਾਂ ਨਾਲ ਸੰਧੀ ਕਰਨੀ ਪਈ। ਜੇ ਉਸ ਸਮੇਂ ਦੇਸੀ ਰਿਆਸਤਾਂ ਇਕੱਠੀਆਂ ਹੋਈਆਂ ਹੁੰਦੀਆਂ ਤਾਂ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ। ਅੰਗਰੇਜ਼ ਜਿਹੜੇ ਸਰੀਰ ਸੀ ਉਹ ਵੀ ਕਹਿੰਦੇ ਸੀ ਕਿ ਮਹਾਰਾਜੇ ਦੀ ਜਿਹੜੀ ਫੌਜ ਹੈ, ਜਿਸ ਤਰ੍ਹਾਂ ਦੀ ਟ੍ਰੇਨਿੰਗ ਅਸੀਂ ਉਹਨਾਂ ਦੀ ਦੇਖ ਰਹੇ ਹਾਂ, ਕਈ ਗੱਲਾਂ ਵਿੱਚ ਉਹ ਸਾਡੇ ਨਾਲੋਂ ਵੀ ਸੁਪੀਰੀਅਰ ਹੈ, ਕਿਉਂਕਿ ਇੱਕ ਪਾਸੇ ਬ੍ਰਿਟਿਸ਼ ਅੰਪਾਇਰ ਬੈਠਾ ਸੀ, ਦੂਜੇ ਪਾਸੇ ਬੜਾ ਹੋਸਟਾਈਲ ਵਿਰੋਧੀ ਅਫਗਾਨ ਸੀਗੇ। ਇਸ ਕਰਕੇ ਹਰ ਵੇਲੇ ਚੇਤਨ ਰਹਿਣਾ ਆਪਣਾ ਜਿਹੜਾ ਮਿਲਟਰੀ ਮਾਈਟ ਹੈ ਉਹਦੇ ਬਾਰੇ, ਇਹ ਮਹਾਰਾਜੇ ਦੇ ਹਰ ਰੋਜ਼ ਦੇ ਏਜੰਡੇ ਵਿੱਚ ਹੁੰਦਾ ਸੀ। ਤੇ ਮਹਾਰਾਜੇ ਦੀਆਂ ਜੋ ਖਾਸ ਤੌਰ ਤੇ ਜਿਹੜੀਆਂ ਵੱਡੀਆਂ ਤੋਪਾਂ ਸੀਗੀਆਂ, ਜਿਨ੍ਹਾਂ ਨੂੰ ਐਂਗਲੋ ਸਿੱਖ ਵਾਰਸ ਦੇ ਵਿੱਚ ਸ਼ਾਹ ਮੁਹੰਮਦ ਨੇ ਜਿਨ੍ਹਾਂ ਤੋਪਾਂ ਦੀ ਕਾਰਗੁਜ਼ਾਰੀ ਨੂੰ ਰਿਕਾਰਡ ਕੀਤਾ ਹੈ, ਅੰਗਰੇਜ਼ਾਂ ਕੋਲ ਵੀ ਉਸ ਦਾ ਕੋਈ ਤੋੜ ਨਹੀਂ ਸੀਗਾ। ਤੇ ਇੱਕ ਅੰਗਰੇਜ਼ ਸਰਜਨ ਸੀਗਾ ਮਰੇ, ਉਹ ਸਫੀਰ ਦੇ ਤੌਰ ਤੇ ਵੀ ਰਿਹਾ। ਉਹ ਕਹਿੰਦੇ ਸੀ ਮਹਾਰਾਜੇ ਦੀ ਫੌਜ ਹੈ ਜਿਹੜੀ, ਉਸ ਦੀ
ਫਾਇਰ ਦੀ ਜਿਹੜੀ ਐਕੂਰੇਸੀ ਆ, ਇਹ ਸਾਡੀ ਜਿਹੜੇ ਅੰਗਰੇਜ਼ ਸਿਪਾਹੀ ਨੇ ਉਹਨਾਂ ਨਾਲੋਂ ਵੀ ਬੈਟਰ ਹੈ। ਮਹਾਬਲੀ ਰਣਜੀਤ ਸਿੰਘ ਦਾ ਜਨਮ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਮਹਾ ਸਿੰਘ ਦੇ ਘਰ ਜੀਂਦਪਤੀ ਗਜਪਤ ਸਿੰਘ ਦੀ ਬੇਟੀ ਰਾਜਕੌਰ ਤੋਂ 2 ਨਵੰਬਰ 1780 ਈਸਵੀ ਨੂੰ ਹੋਇਆ। ਛੋਟੀ ਉਮਰੇ ਚੇਚਕ ਦੇ ਭਿਆਨਕ ਰੋਗ ਨੇ ਜਕੜ ਲਿਆ, ਜਿਸ ਕਰਕੇ ਖੱਬੀ ਅੱਖ ਦੀ ਲੌ ਜਾਂਦੀ ਰਹੀ ਤੇ ਚਿਹਰੇ ਨੂੰ ਚੇਚਕ ਨੇ ਦਾਗ-ਦਾਗ ਕਰ ਦਿੱਤਾ। ਬੇਸ਼ੱਕ 10 ਸਾਲ ਦੀ ਛੋਟੀ ਉਮਰ ਵਿੱਚ ਹੀ ਪਿਤਾ ਦੇ ਦੇਹਾਂਤ ਹੋਣ ਕਾਰਨ ਰਾਜ ਭਾਗ ਦੀ ਸਾਰੀ ਜ਼ਿੰਮੇਵਾਰੀ ਮੋਢਿਆਂ ਤੇ ਆਣ ਪਈ, ਪਰ ਉਹ ਆਪਣੀ ਮਾਤਾ ਦੀ ਦੇਖ-ਰੇਖ ਵਿੱਚ ਆਪਣੇ ਪਿਤਾ ਦੇ ਅਹਿਲਕਾਰ ਦਲ ਸਿੰਘ ਤੇ ਦੀਵਾਨ ਲਖਪਤ ਰਾਏ ਦੀ ਮਦਦ ਨਾਲ ਰਾਜ ਭਾਗ ਚਲਾਉਂਦੇ ਰਹੇ। ਗੁਜਰਾਂਵਾਲੇ ਦੀ ਧਰਮਸ਼ਾਲਾ ਦੇ ਵਿਦਵਾਨ ਗ੍ਰੰਥੀ ਭਾਈ ਫੇਰੂ ਸਿੰਘ ਨੂੰ ਆਪ ਜੀ ਦੀ ਧਾਰਮਿਕ ਸਿੱਖਿਆ ਲਈ ਅਧਿਆਪਕ ਮੁਕਰਰ ਕੀਤਾ ਗਿਆ। ਆਪ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਤੇ ਘੋੜਸਵਾਰੀ ਦਾ ਬੇਹੱਦ ਸ਼ੌਕ ਸੀ। ਇਸੇ ਕਰਕੇ ਉਹਨਾਂ ਨੇ ਇਹਨਾਂ ਦੋਹਾਂ ਗੁਣਾਂ ਵਿੱਚ ਬੜੀ ਹੀ ਕਮਾਲ ਦੀ ਫੁਰਤੀ ਤੇ ਮੁਹਾਰਤ ਹਾਸਲ ਕਰ ਲਈ। ਆਮ ਸੂਝ-ਬੂਝ, ਦ੍ਰਿੜਤਾ ਤੇ ਦੂਰ-ਦ੍ਰਿਸ਼ਟੀ ਵਿੱਚ ਰਣਜੀਤ ਸਿੰਘ ਦਾ ਕੋਈ ਮੁਕਾਬਲਾ ਨਹੀਂ ਸੀ। ਤੀਖਣ ਸੂਝ, ਆਤਮ ਵਿਸ਼ਵਾਸ ਤੇ ਅਦਭੁਤ ਤਜਰਬੇ ਕਾਰਨ ਤੇਜ ਪ੍ਰਤਾਪ ਵਿੱਚ ਹੋਏ ਵਾਧੇ ਸਦਕਾ 1799 ਈਸਵੀ ਵਿੱਚ ਉਹਨੇ ਲਾਹੌਰ ਤੇ ਫਤਿਹ ਹਾਸਲ ਕਰਕੇ ਬੇਸ਼ੱਕ ਮਹਾਰਾਜੇ ਦੀ ਪਦਵੀ ਧਾਰਨ ਕਰ ਲਈ, ਪਰ ਉਹਦਾ ਫਰਮਾਨ ਸੀ ਕਿ ਉਹਨੂੰ ਮਹਾਰਾਜੇ ਦੀ ਥਾਂ ਸਿੰਘ ਸਾਹਿਬ ਕਿਹਾ ਜਾਵੇ। ਇਸ ਉਪਰੰਤ ਸਿੰਘ ਸਾਹਿਬ ਰਣਜੀਤ ਸਿੰਘ ਨੇ ਜੋ ਵੀ ਸੰਕਲਪ ਕੀਤਾ ਸੰਪੂਰਨ ਹੋਇਆ ਤੇ ਜਿਸ ਦਿਸ਼ਾ ਵੱਲ ਵੀ ਕਦਮ ਚੁੱਕਿਆ, ਜਿੱਤ ਨੇ ਅੱਗੇ ਵੱਧ ਕੇ ਉਸ ਦੇ ਕਦਮ ਚੁੰਮੇ। ਉਹਨੇ ਸਤਲੁਜ ਤੋਂ ਪਿਸ਼ਾਵਰ ਤੇ ਤਿੱਬਤ ਦੀ ਹੱਦ ਤੋਂ ਸਿੰਧ ਤੱਕ ਆਪਣੇ ਰਾਜ ਦੀਆਂ ਸੀਮਾਵਾਂ ਫੈਲਾ ਕੇ 4 ਸੂਬੇ ਲਾਹੌਰ, ਪਿਸ਼ਾਵਰ, ਕਸ਼ਮੀਰ ਤੇ ਮੁਲਤਾਨ ਕਾਇਮ ਕੀਤੇ। ਇੰਨਾ ਵਿਸ਼ਾਲ ਤੇ ਸੁਖੀ ਰਾਜ ਰਣਜੀਤ ਸਿੰਘ ਦੀ ਦੂਰ ਅੰਦੇਸ਼ੀ, ਦ੍ਰਿੜਤਾ ਤੇ ਆਤਮ ਵਿਸ਼ਵਾਸ ਦੀ ਕਰਾਮਾਤ ਸੀ। ਤੇ ਸਿੱਖ ਇਤਿਹਾਸ ਦੇ ਜਾਣਕਾਰ ਰਿਟਾਇਰਡ ਪ੍ਰੋਫੈਸਰ ਹਰਪਾਲ ਸਿੰਘ ਇਸ ਤਰੀਕੇ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਨੇ ਨਾ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਜਿਨ੍ਹਾਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ, ਸਿਵਲ ਤੇ ਮਿਲਟਰੀ ਅਫਸਰ ਜਿਹੜੇ ਚੁਣੇ, ਉਹਨਾਂ ਦੀ ਚੋਣ ਦਾ ਆਧਾਰ ਸਿਰਫ ਤੇ ਸਿਰਫ ਕਾਬਲੀਅਤ ਸੀ। ਧਰਮ, ਫਿਰਕਾ, ਇਲਾਕਾ ਤੇ ਬਰਾਦਰੀ, ਇਸ ਦੇ ਭੇਦਭਾਵ ਨੂੰ ਉਹਨਾਂ ਨੇ ਕਦੇ ਵੀ ਵਿੱਚ ਨਹੀਂ ਆਉਣ ਦਿੱਤਾ। ਇਸ ਕਰਕੇ ਜਦੋਂ ਜ਼ਿਕਰ ਆਉਂਦਾ ਕਿ ਕਿਹੜੇ ਵੱਡੇ ਉਹਨਾਂ ਦੇ ਜਨਰਲ ਤੇ ਕਿਹੜੇ ਵੱਡੇ ਇੱਕ ਰਾਜ ਦੇ ਕਰਿੰਦੇ ਜਿਨ੍ਹਾਂ ਨੇ ਉਸ ਦੇ ਰਾਜ ਨੂੰ ਵਧਾਉਣ ਅਤੇ ਵੱਡਾ ਕਰਨ ਦੇ ਵਿੱਚ ਹਿੱਸਾ ਪਾਇਆ, ਜਨਰਲ ਮੋਹਕਮ ਚੰਦ ਜਿਹੜੇ ਸੀ ਉਹ 1815 ਤੱਕ, ਯਾਨੀ ਕਿ ਮਹਾਰਾਜੇ ਦੇ ਰਾਜ ਦੇ ਜਿਹੜੇ ਪਹਿਲੇ 16 ਸਾਲ ਨੇ, ਉਹ ਚੀਫ ਆਫ ਦੀ ਆਰਮੀ ਸੀ ਉਹਨਾਂ ਦੇ। ਉਹਨਾਂ ਨੇ ਐਡੀਆਂ ਵੱਡੀਆਂ ਜਿੱਤਾਂ ਉਹਨਾਂ ਲਈ ਹਾਸਲ ਕੀਤੀਆਂ ਕਿ ਜਦੋਂ ਮੌਤ ਹੋਈ ਉਹਨਾਂ ਦੀ, ਮਹਾਰਾਜਾ ਇਸ ਤਰ੍ਹਾਂ ਸਮਝਦਾ ਸੀ ਮੇਰੀ ਜਿਵੇਂ ਕੋਈ ਬਾਂਹ ਟੁੱਟ ਗਈ ਹੁੰਦੀ ਆ। ਉਹਨਾਂ ਦੇ ਜਿਹੜੇ ਫੌਜੀ ਅਤੇ ਜੋ ਉਹਨਾਂ ਦੀ ਸਿਵਲ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦੇ ਵੱਡੇ ਅਫਸਰਾਂ ਦੇ ਜੇ ਨਾਂ ਗਿਣਨੇ ਹੋਣ, ਜਨਰਲ ਮੋਹਕਮ ਚੰਦ, ਮਿਸਰ ਦੀਵਾਨ ਚੰਦ ਦੀ ਖਾਸ ਗੱਲ ਇਹ ਸੀ ਕਿ ਮੁਲਤਾਨ ਤੇ 6ਵੀਂ ਵਾਰੀ ਮਹਾਰਾਜੇ ਨੂੰ ਜਿੱਤ ਹਾਸਲ ਹੋਈ ਸੀ ਤੇ ਇਹ ਉਸ ਜਿੱਤ ਦੇ ਮੁੱਖ ਕਮਾਂਡਰ ਸੀਗੇ। ਹਰੀ ਸਿੰਘ ਨਲਵਾ, ਲਹਿਣਾ ਸਿੰਘ ਮਜੀਠੀਆ, ਦੀਵਾਨ ਸਾਵਣ ਮੱਲ ਸਭ ਤੋਂ ਜ਼ਿਆਦਾ ਰੈਵਨਿਊ ਐਡਮਿਨਿਸਟ੍ਰੇਸ਼ਨ ਦੇ ਮਹਾਰਾਜੇ ਦਾ ਤਕਰੀਬਨ ਅੱਧਾ ਰੈਵਨਿਊ ਦੀਵਾਨ ਸਾਵਣ ਮੱਲ ਇਕੱਠਾ ਕਰਕੇ ਦਿੰਦਾ ਸੀ। ਤੇ ਉਹਨਾਂ ਦੇ ਜਿਹੜੇ ਅਕਾਊਂਟੈਂਟ ਜਨਰਲ ਜਾਂ ਫਾਈਨਾਂਸ ਮਿਨਿਸਟਰ ਰਾਜਾ ਦੀਨਾਨਾਥ ਤੇ ਉਹਨਾਂ ਦੇ ਬ੍ਰਦਰ ਇੱਕ ਹੋਰ ਮਿਨਿਸਟਰ ਜਿਹੜੇ ਸੀਗੇ ਅਯੁੱਧਿਆਨਾਥ। ਇਸੇ ਤਰ੍ਹਾਂ ਮਹਾਰਾਜੇ ਦੀ ਫੌਜ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਡੋਗਰੇ, ਗੋਰਖੇ, ਇਹ ਸਾਰੇ ਉਹਨਾਂ ਦੀ ਫੌਜ ਦਾ ਬਾਦਸਤੂਰ ਹਿੱਸਾ ਸੀਗੇ। ਇਹਨਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਥੋੜੀ ਵੱਧ ਸੀ, ਪਰ ਮੁਸਲਮਾਨਾਂ ਦੀ ਗਿਣਤੀ, ਕਿਉਂਕਿ ਉਹਨਾਂ ਦੇ ਰਾਜ ਦਾ ਵੱਡਾ ਹਿੱਸਾ ਜਿਹੜਾ ਸੀਗਾ ਉਹ ਮੁਸਲਮਾਨੀ ਲੋਕਾਂ ਦਾ ਸੀਗਾ, ਇਸ ਕਰਕੇ ਮੁਸਲਮਾਨਾਂ ਦੀ ਗਿਣਤੀ ਉਹਨਾਂ ਦੀ ਫੌਜ ਵਿੱਚ ਇਹ ਵੀ ਬੜੀ ਵੱਡੀ ਸੀ। ਉਹਨਾਂ ਦਾ ਤੋਪਖਾਨਾ ਸੀਗਾ ਜਿਹਦੇ ਵਿੱਚ ਸ਼ਾਹ ਮੁਹੰਮਦ ਜੀ ਨੇ ਆਪਣਾ ਜੰਗਨਾਮਾ ਲਿਖਿਆ ਹੈ ਐਂਗਲੋ ਸਿੱਖ ਵਾਰ ਦਾ। ਉਹਨਾਂ ਦਾ ਮਾਮਾ ਵੀ ਜਨਰਲ ਸੀਗਾ ਸੁਲਤਾਨ ਮਹਿਮੂਦ ਇਲਾਹੀ ਬਖਸ਼। ਇਹ ਅਖੀਰ ਤੱਕ ਵਫਾਦਾਰ ਰਹੇ ਸਿੱਖ ਰਾਜ ਦੇ ਐਂਗਲੋ ਸਿੱਖ ਵਾਰ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ। ਰਣਜੀਤ ਸਿੰਘ ਅਜਿਹੇ ਰਾਜ ਦੀ ਸਿਰਜਣਾ ਕਰਨ ਦਾ ਇੱਛਕ ਸੀ ਜਿਸ ਵਿੱਚ ਸਾਰੇ ਲੋਕ ਮਿਲ ਜੁਲ ਕੇ ਤੇ ਖੁਸ਼ਹਾਲ ਰਹਿ ਸਕਣ, ਜਿੱਥੇ ਸਾਰੇ ਧਰਮਾਂ, ਜਾਤਾਂ ਤੇ ਵਰਨਾਂ ਦੇ ਲੋਕ ਆਪੋ ਆਪਣੇ ਅਕੀਦੇ, ਸੱਭਿਆਚਾਰਕ ਰੀਤਾਂ, ਰਸਮਾਂ, ਰਿਵਾਜਾਂ ਅਨੁਸਾਰ ਜੀਵਨ ਬਸਰ ਕਰਦੇ ਹੋਏ ਆਪਸੀ ਮਿਲਵਰਤਨ ਤੇ ਸਹਿ ਹੋਂਦ ਕਾਇਮ ਰੱਖ ਸਕਣ। ਕੰਬਲ ਪੰਜਾਬ ਉਹਨਾਂ ਦੇ ਰਾਜ ਦਾ ਹਿੱਸਾ ਸੀ। ਜੇ ਕਹਿਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਰਿਪਬਲਿਕ ਆਫ ਦੀ ਪੰਜਾਬ ਸੀ, ਲੈਡ ਬਾਈ ਰਣਜੀਤ ਸਿੰਘ। ਇਹ ਇੱਕ ਤਰੀਕੇ ਨਾਲ ਪੰਜਾਬੀਆਂ ਦੀ
ਪਹਿਲੀ ਤੇ ਆਖਰੀ ਰਿਪਬਲਿਕ ਸੀ। ਉਹਦੇ ਰਾਜ ਦਾ ਨਕਸ਼ਾ ਇਸ ਤਰ੍ਹਾਂ ਸੀ ਕਿ ਜਿਹੜੇ ਲੋਕਲ ਜਿੰਨੇ ਵੀ ਕਸਟਮਰੀ ਲਾਅ ਸੀਗੇ ਪਿੰਡਾਂ ਦੇ, ਕਹਿ ਲਓ ਧਾਰਮਿਕ ਫਿਰਕਿਆਂ ਦੇ, ਮੁਸਲਮਾਨ ਜਿਹੜੇ ਸੀਗੇ ਉਹ ਆਪਣਾ ਸ਼ਰਈ ਸਮਾਜੀ ਵਿਵਸਥਾ ਉਹਨਾਂ ਦੀ ਆਪਣੀ ਚੱਲਦੀ ਸੀ। ਕਿੰਨੇ ਉਹਨਾਂ ਦੇ ਵੈਸਟਰਨਰ, ਫ੍ਰੈਂਚ, ਅੰਗਰੇਜ਼ ਉਹਨਾਂ ਦੀ ਫੌਜ ਵਿੱਚ ਕੰਮ ਕਰਦੇ ਸੀ, ਪਰ ਬੀਫ ਖਾਣ ਦੀ ਉਹਨਾਂ ਨੂੰ ਪ੍ਰੋਹਿਬਿਸ਼ਨ ਸੀ। ਬੀਫ ਸਟ੍ਰਿਕਟਲੀ ਆਰਡਰ ਸੀ ਕਿ ਕੋਈ ਬੀਫ ਨਹੀਂ ਸੀ ਉਹਨਾਂ ਦੇ ਰਾਜ ਵਿੱਚ ਖਾ ਸਕਦਾ। ਤੇ ਬੱਚੇ, ਔਰਤਾਂ ਦੀ ਟ੍ਰੇਡਿੰਗ ਹੈ ਜਿਹੜੀ ਉਹਨਾਂ ਦਿਨਾਂ ਦੇ ਸਮਾਜ ਵਿੱਚ ਇਹ ਆਮ ਗੱਲ ਸੀ, ਪਰ ਰਣਜੀਤ ਸਿੰਘ ਨੇ ਥਰੂ ਸਟੇਟ ਆਰਡਰਸ ਇਹ ਬਿਲਕੁਲ ਬੰਦ ਕੀਤੀ ਹੋਈ ਸੀ। ਠੱਗ ਉਸ ਵੇਲੇ ਮਸ਼ਹੂਰ ਸੀ, ਜਿਹੜੇ ਬਾਅਦ ਵਿੱਚ ਬਾਕੀ ਹਿੰਦੁਸਤਾਨ 'ਚ ਵਿਲੀਅਮ ਬੈਂਟਿਕ ਨੇ ਉਹਨਾਂ ਨੂੰ ਠੱਲ ਪਾਈ ਸੀ। ਇਹ ਸਾਰੇ ਹਾਈਵੇਜ਼ ਦੇ ਉੱਪਰ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਤੇ ਠੱਗਦੇ ਸੀ, ਮਾਰ ਦਿੰਦੇ ਸੀ। ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਠੱਗ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਸ਼ਾਹਰਾਹ ਦੇ ਉੱਪਰ ਕੋਈ ਇੰਸਟੈਂਸ ਨਹੀਂ ਹੈ ਕਿ ਰਣਜੀਤ ਸਿੰਘ ਦੇ ਰਾਜ ਵਿੱਚ ਇੰਨਾ ਉਸਦਾ ਦਬਦਬਾ ਅਤੇ ਇੰਨਾ ਭੈ ਸੀ। ਸ਼ੇਰੇ ਪੰਜਾਬ ਰਣਜੀਤ ਸਿੰਘ ਲਈ ਸਿੱਖੀ ਦਾ ਅਰਥ ਸਰਬੱਤ ਦੇ ਭਲੇ ਨੂੰ ਪ੍ਰਣਾਈ ਹੋਈ ਸਾਂਝੀਵਾਲਤਾ ਸੀ। ਉਹਦਾ ਰਾਜ ਭਗਤ ਰਵਿਦਾਸ ਜੀ ਦੇ ਬੇਗਮਪੁਰੇ ਦੀ ਤਰਜ਼ ਉੱਤੇ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਹਲੇਮੀ ਰਾਜ ਦੀ ਕਾਇਮੀ ਵੱਲ ਵਧ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਬਾਲ ਬਿਰਧ ਸਭ ਕੋ ਪਠਾਵਾ, ਅਨਪੜ੍ਹ ਕੋ ਰਹਿਣ ਨਾ ਪਾਵਾ ਅਨੁਸਾਰ ਰਣਜੀਤ ਸਿੰਘ ਦੇ ਰਾਜ ਵਿੱਚ ਹਰ ਧਰਮ ਅਸਥਾਨ ਵਿਦਿਆ ਕੇਂਦਰ ਬਣਨ ਵੱਲ ਵਧ ਰਹੇ ਸਨ ਤੇ ਪੰਥ ਦੇ ਮੌਲਵੀ ਤੇ ਗ੍ਰੰਥੀ ਅਧਿਆਪਨ ਕਾਰਜ ਵਿੱਚ ਵਧੇਰੇ ਰੁਚੀ ਲੈਣ ਲੱਗ ਪਏ ਸਨ। ਐਜੂਕੇਸ਼ਨ ਜਿਹੜੀ ਹੈ ਉਸ ਦੇ ਲਈ ਖਾਸ ਤੌਰ ਤੇ ਫਾਰਸੀ, ਸੰਸਕ੍ਰਿਤ, ਗੁਰਮੁਖੀ ਇਹਨਾਂ ਲਈ ਵਿਦਿਆਲੇ, ਧਰਮਸ਼ਾਲਾਵਾਂ ਤੇ ਵਿਸ਼ੇਸ਼ ਗੱਲ ਇਹ ਕਿ ਇਹਨਾਂ ਸਾਰਿਆਂ ਲਈ ਸਰਕਾਰੀ ਜਾਗੀਰਾਂ ਸੀ ਤੇ ਟੀਚਰਾਂ ਨੂੰ ਤਨਖਾਹ ਦੇਣ ਲਈ, ਇਹਨਾਂ ਨੂੰ ਵਿਦਿਆਰਥੀਆਂ ਨੂੰ ਫ੍ਰੀ ਪੜ੍ਹਾਉਣ ਲਈ ਕੋਈ ਦਿੱਕਤ ਨਾ ਆਵੇ। ਰਣਜੀਤ ਸਿੰਘ ਦੇ ਆਦੇਸ਼ ਅਨੁਸਾਰ ਬਹੁਭਾਸ਼ੀ ਵਿਦਵਾਨ ਜਰਨੈਲ ਹਰੀ ਸਿੰਘ ਨਲੂਆ ਬਰਤਾਨਵੀ ਸੰਵਿਧਾਨ ਦਾ ਅਧਿਐਨ ਕਰ ਰਿਹਾ ਸੀ ਤੇ ਉਹਦੀ ਮਨਸ਼ਾ ਸੀ ਕਿ ਲੋਕ ਰਾਜੀ ਕਦਰਾਂ ਕੀਮਤਾਂ ਵਾਲਾ ਸੰਵਿਧਾਨ ਇਸ ਰਾਜ ਵਿੱਚ ਲਾਗੂ ਹੋ ਸਕੇ। ਸਮੇਂ ਨੂੰ ਇਹ ਮਨਜ਼ੂਰ ਨਹੀਂ ਸੀ। ਅਗਰ ਉਹਦੀ ਸਿਹਤ ਇਜਾਜ਼ਤ ਦਿੰਦੀ ਤਾਂ ਪੰਜਾਬ ਲੋਕ ਰਾਜ ਦਾ ਬਿਹਤਰੀਨ ਤੇ ਸਿਰਕੱਢ ਮਾਰਗ ਦਰਸ਼ਕ ਹੋਣਾ ਸੀ। ਰਣਜੀਤ ਸਿੰਘ ਦੀਆਂ ਸਮਕਾਲੀ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਬੇਸ਼ੱਕ ਬਹੁਤਾ ਉੱਚਾ ਲੰਮਾ ਸੋਹਣਾ ਸੁਨੱਖਾ ਨਹੀਂ ਸੀ, ਪਰ ਜਦੋਂ ਘੋੜੇ ਤੇ ਸਵਾਰ ਹੁੰਦਾ ਤਾਂ ਦੇਖਣ ਵਾਲੇ ਅਸ਼ ਕਰ ਉੱਠਦੇ, ਜਿਵੇਂ ਉਹਦਾ ਸਾਰਾ ਜੁੱਸਾ ਹਰਕਤ ਵਿੱਚ ਆ ਗਿਆ ਹੋਵੇ, ਜਿਵੇਂ ਉਹ ਫਰਿਸ਼ਤਾ ਹੋਵੇ। ਉਹਨੂੰ ਦੇਖ ਕੇ ਯਕੀਨ ਨਾ ਵੱਜਦਾ ਕਿ ਇਹ ਉਹੀ ਰਣਜੀਤ ਸਿੰਘ ਹੈ। ਪਤਾ ਲੱਗਦਾ ਹੈ ਕਿ ਰਣਜੀਤ ਸਿੰਘ ਦੀ ਗ੍ਰਸਥੀ ਤੇ ਰਾਜਸੀ ਜ਼ਿੰਦਗੀ ਦੇ ਦਰਮਿਆਨ ਇੱਕ ਆਪਣਾ ਸੰਸਾਰ ਵੀ ਸੀ, ਜਿੱਥੇ ਉਹ ਸੁੱਚੇ ਸਾਹਿਤ ਦਾ ਆਨੰਦ ਮਾਣਦਾ, ਸੁਰੀਲੇ ਸੰਗੀਤ ਦਾ ਲੁਤਫ ਲੈਂਦਾ, ਰੂਹ ਨੂੰ ਨਸ਼ਾਉਣ ਵਾਲੇ ਰਸੀਲੇ ਨ੍ਰਿਤ ਦੇਖਦਾ। ਇਹ ਉਸ ਦੀ ਨਿਤਚਰਿਆ ਦੀ ਅਕਾਵਟ ਤੇ ਥਕਾਵਟ ਤੋਂ ਮੁਕਤ ਹੋਣ ਦਾ ਸ਼ਾਹਾਨਾ ਠਾਠ ਤੇ ਸੁਹਜ ਸੀ। ਉਹ ਇੱਕ ਸ਼ਰਧਾਵਾਨ ਸਿੱਖ ਵੀ ਸੀ। ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ ਤੇ ਪਹਿਨ ਓੜ ਕੇ ਗੁਰਦੁਆਰੇ ਜਾਂਦਾ, ਨਤਮਸਤਕ ਹੁੰਦਾ, ਪਾਠ ਸਰਵਣ ਕਰਦਾ। ਅਨੂਠੀ ਨਿਸ਼ਠਾ ਨਾਲ ਉਸ ਦਾ ਦਿਨ ਸ਼ੁਰੂ ਹੁੰਦਾ। ਕੋਈ ਕਾਰਜ ਅਜਿਹਾ ਨਹੀਂ ਸੀ ਜਿਸ ਤੋਂ ਪਹਿਲਾਂ ਉਹਨੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਨਾ ਕੀਤੀ ਹੋਵੇ। ਵਧੇਰੇ ਜਾਣਕਾਰੀ ਦਿੰਦੇ ਹੋਏ ਰਿਟਾਇਰਡ ਪ੍ਰੋਫੈਸਰ ਹਰਪਾਲ ਸਿੰਘ, ਬਹੁਤ ਵਿਸ਼ੇਸ਼ ਗੱਲ ਹੈ ਕਿ ਰਣਜੀਤ ਸਿੰਘ ਦਾ ਰਾਜ ਇੰਨਾ ਪ੍ਰਤਾਪੀ ਰਾਜ ਇਹ ਇਸ ਕਰਕੇ ਮੁਮਕਿਨ ਹੋਇਆ ਕਿ ਰਣਜੀਤ ਸਿੰਘ ਦੀ ਜੋ ਸਵੇਰ ਤੋਂ ਸ਼ਾਮ ਤੱਕ ਦੀ ਜੋ ਉਹਨਾਂ ਦੀ ਰੂਟੀਨ ਸੀ, ਜਿਸ ਤਰੀਕੇ ਨਾਲ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਰਾਜ ਪ੍ਰਬੰਧ ਦੇ ਵਿੱਚ ਤਵੱਜੋ ਦਿੱਤੀ। ਇਤਿਹਾਸਕਾਰ ਸਭ ਦੱਸਦੇ ਨੇ ਉਹ ਸਵੇਰੇ 2 ਘੰਟੇ ਘੋੜਸਵਾਰੀ ਕਰਦੇ ਸੀ। ਕਈ ਵਾਰੀ ਤਾਂ ਇਹ ਹੁੰਦਾ ਸੀ ਕਿ ਨਾਸ਼ਤਾ ਵੀ ਉਹ ਘੋੜੇ ਤੋਂ ਚੜੇ ਲੈ ਲੈਂਦੇ ਸੀਗੇ ਤੇ 9 ਵਜੇ ਆਪਣੀ ਰਿਹਾਇਸ਼ ਤੇ ਪਹੁੰਚ ਕੇ ਉੱਥੋਂ ਦੁਪਹਿਰ ਤੱਕ ਜਿਹੜਾ ਅਸੈਂਸ਼ੀਅਲ ਐਡਮਿਨਿਸਟ੍ਰੇਸ਼ਨ ਹੈ, ਜਿਹਦੇ ਕਿ ਉਹ ਰਿਪੋਰਟਾਂ ਲੈਣੀਆਂ ਤੇ ਅਫਸਰਾਂ ਨੂੰ ਹੁਕਮ ਜਾਰੀ ਕਰਨੇ, ਖਾਸ ਤੌਰ ਤੇ ਜਿਹੜੇ ਰੈਵਨਿਊ ਅਕਾਊਂਟਸ ਹੈ ਉਹਨਾਂ ਦੀ ਅਫਸਰਾਂ ਦੇ ਰਾਹੀਂ ਬਾਰੀਕੀ ਨਾਲ ਉਹਨਾਂ ਦੀ ਉਹ ਦਰਿਆਫਤਗੀ ਕਰਨੀ, ਇਹ ਸਾਰਾ ਕੁਝ ਕੰਮ ਉਹ ਦੁਪਹਿਰ ਤੱਕ ਮੁਕਾ ਲੈਂਦੇ ਸੀਗੇ। ਤੇ ਵਿਸ਼ੇਸ਼ ਗੱਲ ਉਹਨਾਂ ਦੀ ਇਹ ਸੀ ਕਿ ਦੁਪਹਿਰ ਵੇਲੇ ਜਿਸ ਵੇਲੇ ਥੋੜਾ ਜਿਹਾ ਆਰਾਮ ਵੀ ਕਰਦੇ ਸੀ ਤੇ ਸੈਕਟਰੀ ਉਹਨਾਂ ਦੇ ਕੋਲ ਨੇੜੇ ਬੈਠਾ ਰਹਿੰਦਾ ਸੀ ਤੇ ਕਈ ਵਾਰੀ ਉਹਨਾਂ ਨੂੰ ਕੋਈ ਗੱਲ ਯਾਦ ਆ ਜਾਣੀ, ਕੋਈ ਨਵਾਂ ਖਿਆਲ ਉਹਨਾਂ ਦੇ ਅੰਦਰ ਆ ਜਾਣਾ ਜਾਂ ਉਹਨਾਂ ਨੇ ਕੋਈ ਨਵਾਂ ਆਰਡਰ ਵੀ ਇਹ ਰਹਿ ਗਿਆ ਕੱਢਣ ਨੂੰ, ਉਹ ਸੈਕਟਰੀ ਉਸੇ ਵੇਲੇ ਨੋਟ ਕਰ ਲੈਂਦਾ ਸੀ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਚੋਂ ਨਿਤਨੇਮ ਨਾਲ ਉਹ ਪਾਠ ਸੁਣ ਲੈਂਦੇ ਸੀਗੇ ਤੇ ਫਿਰ
ਸ਼ਾਮ ਨੂੰ 4 ਵਜੇ ਫਿਰ ਜਿਹੜੇ ਗੈਸਟ ਹੁੰਦੇ ਸੀ, ਕਿਉਂਕਿ ਉਹਨਾਂ ਦੇ ਦਰਬਾਰ ਵਿੱਚ ਮਤਲਬ ਹਰ ਵੇਲੇ ਯੂਰਪੀਅਨ, ਅੰਗਰੇਜ਼ ਤੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੋਂ ਵੀ ਜਿਹੜੇ ਕਿ ਡਿਪਲੋਮੈਟ ਸੀਗੇ, ਸਫੀਰ ਸੀਗੇ, ਉਹ ਹਾਜ਼ਰ ਰਹਿੰਦੇ ਸੀ, ਉਹਨਾਂ ਨੂੰ ਮਿਲਦੇ ਸੀ। ਤੇ ਵਿਸ਼ੇਸ਼ ਗੱਲ ਇਹ ਸੀ ਕਿ ਆਪਣੀ ਫੌਜ ਦੀ ਜਿਹੜੀ ਪੈਰੇਡ ਹੈ, ਇੱਕ ਕਹਿ ਲਓ ਆਪਣਾ ਮਾਈਟ, ਜਿਸ ਤਰ੍ਹਾਂ ਅਸੀਂ 26 ਜਨਵਰੀ ਨੂੰ ਜਿਵੇਂ ਅਸੀਂ ਕਰਦੇ ਹਾਂ, ਹਰ ਰੋਜ਼ ਚੁਣਿੰਦਾ ਫੌਜ ਦੀਆਂ ਟੁਕੜੀਆਂ ਨੇ ਜਿਹੜੀਆਂ, ਉਹਨਾਂ ਦੀ ਜੋ ਕਵਾਇਦ ਹੈ ਉਹ ਵੀ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦਿਖਾਈ ਜਾਂਦੀ ਸੀਗੀ। ਚਸ਼ਮਦੀਦ ਗਵਾਹਾਂ ਤੋਂ ਸੀਨਾ ਬਸੀਨਾ ਰਵਾਇਤ ਚਲੀ ਆਉਂਦੀ ਹੈ ਕਿ ਅਫਗਾਨ ਹਮਲਾਵਰਾਂ ਨੂੰ ਸਬਕ ਸਿਖਾਉਣ ਦੀ ਮੁਹਿੰਮ ਸਮੇਂ ਰਸਤੇ ਵਿੱਚ ਪੈਂਦਾ ਅਟਕ ਦਰਿਆ ਖਤਰੇ ਦੀ ਹੱਦ ਤੱਕ ਚੜ੍ਹਿਆ ਹੋਇਆ ਸੀ। ਰਣਜੀਤ ਸਿੰਘ ਨੇ ਜਾਨੀ ਖਤਰੇ ਦੇ ਬਾਵਜੂਦ ਅਟਕ ਦਰਿਆ ਦੇ ਕੰਢੇ ਖਲੋ ਕੇ ਅਰਦਾਸ ਕੀਤੀ ਤੇ ਬਿਫਰੇ ਹੋਏ ਦਰਿਆ ਵਿੱਚ ਘੋੜੇ ਠੇਲ ਦਿੱਤੇ, ਕਿਉਂਕਿ ਅਰਦਾਸ ਵਿੱਚ ਉਸ ਦਾ ਅਟਲ ਵਿਸ਼ਵਾਸ ਸੀ। ਰਣਜੀਤ ਸਿੰਘ ਇਰਾਦੇ ਦਾ ਲੋਹਾ ਤੇ ਉਹਦੀ ਦੂਰ ਅੰਦੇਸ਼ੀ ਦੇ ਕਿੱਸੇ ਜੱਗ ਜਾਣਦਾ ਹੈ, ਪਰ ਉਹ ਨੇਕ ਤੇ ਰਹਿਮਦਿਲ ਇਨਸਾਨ ਵੀ ਸੀ। ਉਹਦੇ ਰਾਜ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨਸਾ ਸਿੰਘ ਇੰਨੀ ਗੁਰਬਤ ਵਿੱਚ ਗੁਜ਼ਾਰਾ ਕਰ ਰਹੇ ਸਨ ਕਿ ਉਹ ਮਿੱਟੀ ਦੇ ਤਵੇ ਤੇ ਰੋਟੀ ਪਕਾਉਂਦੇ, ਇੱਥੋਂ ਤੱਕ ਕਿ ਉਹ ਲੋਹੇ ਦਾ ਤਵਾ ਖਰੀਦਣ ਦੀ ਸਮਰੱਥਾ ਵਿੱਚ ਨਹੀਂ ਸਨ। ਰਣਜੀਤ ਸਿੰਘ ਨੂੰ ਕਨਸੋ ਮਿਲੀ ਤਾਂ ਸੁਣ ਕੇ ਕੰਬ ਉੱਠੇ। ਉਸੇ ਵੇਲੇ ਰੁਪਈਆਂ ਦੀਆਂ ਥੈਲੀਆਂ ਨਾਲ ਅੰਬਾਰੀ ਭਰ ਕੇ ਭਾਈ ਮਨਸ਼ਾ ਸਿੰਘ ਵੱਲ ਚੱਲ ਪਏ। ਇਹ ਵੱਖਰੀ ਕਥਾ ਹੈ ਕਿ ਭਾਈ ਮਨਸਾ ਸਿੰਘ ਨੇ ਰਾਜਸੀ ਇਮਦਾਦ ਕਬੂਲ ਨਾ ਕੀਤੀ। ਗੁਰਮਤਿ ਗਿਆਨ ਦੇ ਸਤਸੰਗੀ ਵਿਦਵਾਨ ਭਾਈ ਗੁਰਮੁਖ ਸਿੰਘ ਗੁਰੂ ਕੇ ਬਾਗ ਵਿੱਚ ਉਤਰੇ ਹੋਏ ਸਨ। ਰਾਤ ਨੂੰ ਸ਼ਾਂਤ ਚਿੱਤ ਸੰਗਤ ਜੁੜਦੀ, ਪ੍ਰੇਮੀ ਜਨ ਇਕੱਠੇ ਹੁੰਦੇ ਤੇ ਗਿਆਨਮਈ ਸਤਸੰਗ ਹੁੰਦਾ। ਰਣਜੀਤ ਸਿੰਘ ਨੂੰ ਇਸ ਅਨੂਠੇ ਸਮਾਗਮ ਦਾ ਪਤਾ ਲੱਗਾ ਤੇ ਉਹ 2 ਸੇਵਕਾਂ ਨੂੰ ਨਾਲ ਲੈ ਕੇ 2 ਥਾਲ ਮੋਹਰਾਂ ਦੇ ਭਰੇ ਹੋਏ ਤੇ ਫਲ ਫੁੱਲ ਲੈ ਕੇ ਹਾਜ਼ਰ ਹੋਇਆ ਤੇ ਸਤਸੰਗ ਦਾ ਆਨੰਦ ਮਾਣਿਆ। ਭਾਈ ਗੁਰਮੁਖ ਸਿੰਘ ਨੇ ਵੀ ਸਰਕਾਰੀ ਇਮਦਾਦ ਪ੍ਰਵਾਨ ਨਾ ਕੀਤੀ। ਰਣਜੀਤ ਸਿੰਘ ਨੇ ਬੜੀ ਅਧੀਨਗੀ ਨਾਲ ਆਖਿਆ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਉਹ ਮੈਨੂੰ ਨਹੀਂ ਚਾਹੁੰਦੇ, ਜਿਹੜੇ ਮੈਨੂੰ ਚਾਹੁੰਦੇ ਨੇ ਉਹਨਾਂ ਨੂੰ ਮੈਂ ਨਹੀਂ ਚਾਹੁੰਦਾ। ਇਹ ਮਹਾਨ ਵਾਕਿਆ ਦੱਸਦੇ ਨੇ ਕਿ ਰਣਜੀਤ ਸਿੰਘ ਕਿੰਨੀ ਨੇਕ ਤੇ ਨਿਮਰ ਤਬੀਅਤ ਦੇ ਮਾਲਕ ਸਨ। ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਉੱਤੇ ਸੋਨੇ ਦੀ ਸੇਵਾ ਕਰਾਈ ਤੇ ਬੜੀ ਆਜਜ਼ੀ ਵਿੱਚ ਕਿਹਾ ਕਿ ਇਹ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਅਨੰਨ ਸੇਵਕ ਰਣਜੀਤ ਸਿੰਘ ਉੱਤੇ ਮਿਹਰ ਕਰਕੇ ਕਰਵਾਈ ਹੈ। ਕੌਣ ਹੈ ਜਿਨੇ ਵਿਧਾਤਾ ਸਿੰਘ ਤੀਰ ਦੀ ਕਵਿਤਾ ਪਾਂਡੀ ਪਾਤਸ਼ਾਹ ਨਾ ਪੜ੍ਹੀ ਹੋਵੇ? ਕਿਵੇਂ ਰਣਜੀਤ ਸਿੰਘ ਦੇ ਰਾਜ ਵਿੱਚ ਸੋਕਾ ਪੈਣ ਨਾਲ ਅਨਾਜ ਦਾ ਕਾਲ ਪੈ ਗਿਆ, ਕਿਸ ਤਰ੍ਹਾਂ ਪਰਜਾ ਲਈ ਰਾਜ ਦੇ ਅੰਨ ਭੰਡਾਰ ਖੋਲ ਦਿੱਤੇ ਗਏ, ਕਿਸ ਤਰ੍ਹਾਂ ਇੱਕ ਨਿੱਕੜੇ ਜਿਹੇ ਬਾਲ ਨੇ ਰਾਜੇ ਦਾ ਐਲਾਨ ਸੁਣ ਕੇ ਤੋਤਲੀ ਬੋਲੀ ਵਿੱਚ ਆਪਣੇ ਬਾਬੇ ਨੂੰ ਜਾ ਦੱਸਿਆ, ਕਿਸ ਤਰ੍ਹਾਂ ਬਾਬਾ ਪੋਤਾ ਅਨਾਜ ਲੈਣ ਲਈ ਸ਼ਾਹੀ ਗੁਦਾਮ ਜਾ ਪੁੱਜੇ ਤੇ ਕਿਸ ਤਰ੍ਹਾਂ ਬਜ਼ੁਰਗ ਬਾਬੇ ਨੇ ਅਨਾਜ ਦੀ ਭਾਰੀ ਪੰਡ ਬੰਨ੍ਹ ਲਈ ਜੋ ਉਸ ਕੋਲੋਂ ਚੁੱਕੀ ਨਹੀਂ ਸੀ ਜਾ ਰਹੀ, ਤੇ ਕਿਸ ਤਰ੍ਹਾਂ ਨਿਮਰਤਾ ਦੇ ਪੁੰਜ ਰਣਜੀਤ ਸਿੰਘ ਨੇ ਭੇਸ ਬਦਲ ਕੇ ਉਸ ਬਜ਼ੁਰਗ ਦੀ ਅਨਾਜ ਦੀ ਭਾਰੀ ਪੰਡ ਆਪਣੇ ਸਿਰ ਤੇ ਚੁੱਕ ਕੇ ਉਹਦੇ ਘਰ ਪਹੁੰਚਾਈ। ਰਣਜੀਤ ਸਿੰਘ ਦਾ ਪਤਾ ਲੱਗਣ ਤੇ ਬਜ਼ੁਰਗ ਬਾਬੇ ਨੇ ਕਿਸ ਤਰ੍ਹਾਂ ਦਿਲ ਚੀਰਵੇਂ ਸ਼ਬਦਾਂ ਵਿੱਚ ਖਿਮਾ ਯਾਚਨਾ ਕੀਤੀ ਤੇ ਜਿਹਦੇ ਜਵਾਬ ਵਿੱਚ ਰਣਜੀਤ ਸਿੰਘ ਨੇ ਬੜੀ ਹੀ ਆਜਜ਼ੀ ਵਿੱਚ ਕਿਹਾ, ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਣਦਿਆਂ ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਮੈਂ ਪਰਜਾ ਦਾ ਕੂਕਰ ਹਾਂ। ਪਰਜਾ ਦਾ ਇਹ ਕੂਕਰ 27 ਜੂਨ 1839 ਨੂੰ ਪਰਜਾ ਦੀ ਸੇਵਾ ਕਰਦਾ ਹੋਇਆ ਸਦੀਵੀ ਵਿਛੋੜਾ ਦੇ ਗਿਆ। ਰਣਜੀਤ ਸਿੰਘ ਨੇ ਇਤਿਹਾਸ ਵਿੱਚ ਆਪਣੀ ਪ੍ਰਤੱਖ ਤੇ ਅਮਿੱਟ ਛਾਪ ਛੱਡੀ। ਅਜਿਹੇ ਸੂਝਵਾਨ ਤੇ ਨਿਮਰ ਸੂਰਬੀਰ ਇਤਿਹਾਸ ਵਿੱਚ ਕਦੇ ਕਦਾਈ ਜਨਮ ਲੈਂਦੇ ਨੇ।